पंथ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਜਿਹੜੇ ਆ ਉਹ 47 ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਆ ਗਏ। ਕੁਝ ਇਤਿਹਾਸਕ ਸਥਾਨ ਚੜ੍ਹਦੇ ਪੰਜਾਬ 'ਚ ਰਹੇ, ਕੁਝ ਲਹਿੰਦੇ ਪੰਜਾਬ 'ਚ ਆ ਗਏ। ਸਮਾਂ ਲੰਘਦਿਆਂ ਸਰਕਾਰਾਂ ਦੀ, ਸੰਸਥਾਵਾਂ ਦੀ ਕੁਝ ਹੋਰ ਅਣਗਹਿਲੀਆਂ ਔਰ ਗਾਹੇ ਬਗਾਹੇ ਕੁਛ ਕਾਰਨਾਂ ਕਰਕੇ ਬਹੁਤ ਸਾਰੇ ਇਤਿਹਾਸਕ ਸਥਾਨਾਂ ਦੀ ਜਿਹੜੀ ਸਾਂਭ ਸੰਭਾਲ ਉਹ ਨਹੀਂ ਹੋ ਸਕੀ। ਪਰ ਹੁਣ USA ਦੀ ਸੰਸਥਾ ਰਣਜੀਤ ਨਗਾਰਾ ਵੱਲੋਂ ਕੁਝ ਇਤਿਹਾਸਕ ਸਥਾਨਾਂ ਦੀ ਜਿਹੜੀ ਸੇਵਾ ਨੂੰ ਮੁੜ ਜਿਹੜਾ ਕਿ ਕਰਨ ਦਾ ਅਹਿਦ ਲਿਆ ਹੈਗਾ। ਜ਼ਿਲ੍ਹਾ ਜੇਹਲਮ ਦੇ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਮਿਸਲ ਸ਼ਹੀਦਾਂ ਦੀ ਸੇਵਾ ਜਿਹੜੀ ਹੈ ਰਣਜੀਤ ਨਗਾਰਾ ਕਰ ਰਿਹਾ। ਉਸ ਗੁਰਦੁਆਰਾ ਸਾਹਿਬਾਨ ਦੀਆਂ ਕੁਝ ਯਾਦਾਂ ਜਿਹੜੀਆਂ ਕਿ ਉੱਥੋਂ ਦੇ ਖਜ਼ਾਨਚੀ ਰਹਿ ਚੁੱਕੇ, ਜਿਹੜੇ ਇਸ ਵਕਤ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜਾ ਬਰਾਜੇ ਨੇ, ਸਵਰਗਵਾਸੀ ਭਾਈ ਕਰਤਾਰ ਸਿੰਘ ਜੀ ਸਾਹਨੀ, ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਉਸ ਗੁਰਦੁਆਰਾ ਸਾਹਿਬਾਨ ਬਾਰੇ ਕੁਝ ਚਰਚਾ ਕਰਾਂਗੇ। ਸਾਡੇ ਨਾਲ ਇੰਦਰਜੀਤ ਸਿੰਘ ਜੀ, ਜਿਹੜੇ ਭਾਈ ਕਰਤਾਰ ਸਿੰਘ ਜੀ ਸਵਰਗਵਾਸੀ ਸਾਹਨੀ ਦੇ ਪੋਤਰੇ ਨੇ, ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਦਰਜੀਤ ਸਿੰਘ ਸਾਹਨੀ, ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਜੀ ਸਾਹਨੀ, ਜੋ ਵੰਡ ਤੋਂ ਪਹਿਲਾਂ ਜ਼ਿਲ੍ਹਾ ਜੇਹਲਮ ਸਿਟੀ ਦੇ ਵਿੱਚ ਉੱਥੇ ਰਹਿੰਦੇ ਸਨ। ਅਤੇ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਜਿਸ ਗੁਰਦੁਆਰੇ ਸਾਹਿਬ ਦੇ ਨਾਲ ਮੇਰੇ ਦਾਦਾ ਜੀ ਦੇ ਸੰਬੰਧ ਸਨ, ਸੰਬੰਧ ਇਸ ਕਰਕੇ ਮੈਂ ਕਹਿ ਰਿਹਾ ਕਿ ਉਸ ਗੁਰਦੁਆਰੇ ਦੇ ਵਿੱਚ ਉਹ ਐਜ਼ ਏ ਖਜ਼ਾਨਚੀ ਉੱਥੇ ਬਹੁਤ ਲੰਬਾ ਸਮਾਂ ਉਹਨਾਂ ਨੇ ਸੇਵਾ ਕੀਤੀ ਹੈ। ਤੋ ਜਦੋਂ ਵੰਡ ਤੋਂ ਬਾਅਦ ਸਾਡੇ ਨਾਲ ਜਦੋਂ ਪਰਿਵਾਰ ਦੇ ਵਿੱਚ ਬਹਿਣਾ, ਅਤੇ ਉਹ ਅਕਸਰ ਇਸ ਬਾਰੇ ਗੱਲ ਕਰਦੇ ਹੁੰਦੇ ਸੀ ਕਿ ਵੈਸੇ ਹੁਣ ਉਹਦਾ ਨਾਮ ਤਾਂ ਸ਼ਹੀਦ ਕਰਮ ਸਿੰਘ ਮਿਸਲ ਦਾ ਕਰਕੇ ਮਸ਼ਹੂਰ ਹੈਗਾ ਜਾਂ ਉਸ ਵੇਲੇ ਵੀ, ਪਰ ਸਾਡੇ ਨਾਲ ਜਦੋਂ ਚਰਚਾ ਹੁੰਦੀ ਸੀ ਤਾਂ ਉਹਨੂੰ ਵੱਡਾ ਗੁਰਦੁਆਰਾ ਜੁਬਲੀ ਘਾਟ ਦਾ ਗੁਰਦੁਆਰਾ ਕਿਹਾ ਜਾਂਦਾ ਸੀ। ਉਹ ਇਸ ਤਰ੍ਹਾਂ ਦਾ ਉਹ ਨਾਮ ਲੈਂਦੇ ਸੀ ਵੀ ਉੱਥੇ ਗੁਰਦੁਆਰੇ ਜੁਬਲੀ ਘਾਟ ਦੇ ਵਿੱਚ ਉਹ ਐਜ਼ ਏ ਖਜ਼ਾਨਚੀ ਸੇਵਾ ਕਰਦੇ ਸੀ। ਤੋ ਉਹ ਯਾਦਾਂ ਸਾਡੇ ਨਾਲ ਬਹੁਤ ਲੰਬਾ ਸਮਾਂ ਜਦੋਂ ਤੱਕ ਉਹ ਜਿਉਂਦੇ ਰਹੇ ਹੈ ਸਾਡੇ ਨਾਲ, ਕਿਉਂਕਿ ਉਹਨਾਂ ਦਾ ਨਿੱਜੀ ਉੱਥੇ ਸੰਬੰਧ ਰਿਹਾ ਕਹਿ ਲਓ, ਜਾਂ ਨਿੱਜੀ ਉਹਨਾਂ ਦਾ ਬੜਾ ਸੇਵਾ ਵਿੱਚ ਉਹਨਾਂ ਦਾ ਯੋਗਦਾਨ ਰਿਹਾ, ਤਾਂ ਉਸ ਕਰਕੇ ਉਹ ਹਮੇਸ਼ਾ ਹੀ ਇਸ ਚੀਜ਼ ਨੂੰ ਯਾਦ ਰੱਖਦੇ ਸੀ। ਤਾਂ ਜਿਸ ਤਰ੍ਹਾਂ ਰਣਜੀਤ ਨਗਾਰਾ ਵੱਲੋਂ ਬਹੁਤ ਸਾਰੇ ਅਜਿਹੇ ਇਤਿਹਾਸਕ ਸਥਾਨ ਜਿਨ੍ਹਾਂ ਦੀ ਪੂਰਨ ਤੌਰ ਦੇ ਉੱਤੇ ਸਾਂਭ ਸੰਭਾਲ ਨਹੀਂ ਹੋ ਸਕੀ, ਕੁਝ ਪੁਰਾਤਨ ਇਮਾਰਤਾਂ ਨੇ, ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੁਕਸਾਨੀਆਂ ਗਈਆਂ, ਤਾਂ ਜਿਹੜਾ ਕਿ ਗੁਰਦੁਆਰਾ ਕਰਮ ਸਿੰਘ ਜੀ ਮਿਸਲ ਸ਼ਹੀਦਾਂ ਦੀ ਸੇਵਾ ਰਣਜੀਤ ਨਗਾਰਾ ਕਰਵਾ ਰਿਹਾ, ਤਾਂ ਕੁਝ ਯਾਦਾਂ ਤੁਹਾਡੇ ਬਾਪੂ ਜੀ ਬਜ਼ੁਰਗ ਸਵਰਗਵਾਸੀ ਕਰਤਾਰ ਸਿੰਘ ਜੀ ਸਾਨੀ ਇਸ ਵਕਤ ਨਹੀਂ ਹੈਗੇ, ਪਰ ਉਹਨਾਂ ਦੀ ਉਹ ਯਾਦ ਜਿਹੜੀ ਉਸ ਗੁਰਦੁਆਰਾ ਸਾਹਿਬਾਨ ਦੇ ਨਾਲ ਜਿਸ ਤਰ੍ਹਾਂ ਅੱਜ ਫਿਰ ਤਾਜ਼ੀ ਹੋ ਗਈ ਹੈ। USA ਦੀ ਸੰਸਥਾ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਰਹੀ ਹੈ, ਤੁਹਾਡਾ ਸੰਪਰਕ ਹੋਇਆ, ਕੁਛ ਯਾਦਾਂ ਸਾਨੂੰ ਜ਼ਰੂਰ ਦੱਸੋ ਉਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜੇ ਤੁਹਾਡੇ ਪਿਤਾ ਜੀ, ਤੁਹਾਡੇ ਕੁਛ ਦਾਦਾ ਜੀ ਦੇ ਪਰਿਵਾਰ 'ਚੋਂ ਕੁਛ ਤੁਹਾਡੇ ਨਾਲ ਕਰਦੇ ਹੋਣ, ਕਿਉਂਕਿ ਕਾਸ਼ ਅੱਜ ਤੁਹਾਡੇ ਪਿਤਾ ਜੀ ਸਾਡੇ ਨਾਲ ਹੁੰਦੇ ਜਾਂ ਕੋਈ ਹੋਰ ਹੁੰਦਾ ਤਾਂ ਅਸੀਂ ਉਹ ਯਾਦਾਂ ਤਾਜ਼ੀਆਂ ਕਰਦੇ। ਬਿਲਕੁਲ ਜੀ, ਬਿਲਕੁਲ ਜੀ। ਜੇ ਮੇਰੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਸਾਹਨੀ, ਉਹਨਾਂ ਬਾਰੇ ਮੈਂ ਦੱਸਦਾ ਕਿ ਉਹ 2005 ਦੇ ਵਿੱਚ ਆਪਣੀ ਯਾਤਰਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਉਸ ਵੇਲੇ ਪਾਕਿਸਤਾਨ ਯਾਤਰਾ ਜਥੇ ਨਾਲ ਗਏ ਸੀ। ਤੋ ਉਹਨਾਂ ਨੇ ਮਤਲਬ ਬੜਾ ਉੱਥੇ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਘਰ ਦੇਖ ਕੇ ਆਉਣਾ ਉੱਥੇ। ਅਤੇ ਘਰ ਦੇਖਣ ਦੇ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਦੇ ਦਿਮਾਗ 'ਚ ਇਹੀ ਸੀ ਕਿ ਵੀ ਮੈਂ ਉਹ ਵੱਡੇ ਗੁਰਦੁਆਰੇ ਜ਼ਰੂਰ ਮੱਥਾ ਟੇਕ ਕੇ ਆਉਣਾ, ਜਿੱਥੇ ਮੈਂ ਪਿਛਲੇ ਸਮਝ ਲਓ ਵੀ 60-70 ਸਾਲ ਤੋਂ ਮੇਰੇ ਜ਼ਿਹਨ ਦੇ ਵਿੱਚ ਹੈ, ਲੇਕਿਨ ਮੈਂ ਉੱਥੇ ਜਾ ਨਹੀਂ ਸਕਿਆ। ਸੁਪਨਿਆਂ ਦੇ ਵਿੱਚ ਵੀ ਉਹ ਦੇਖਦੇ ਸੀਗੇ ਕਿ ਵੀ ਅਸੀਂ ਉਹ ਗੁਰਦੁਆਰੇ ਜਾਂਦੇ ਹਾਂ, ਉੱਥੇ ਕਿਸ ਤਰ੍ਹਾਂ ਦੀ ਉਸ ਟਾਈਮ 'ਤੇ ਕਿਹੋ ਜਿਹਾ ਪ੍ਰਬੰਧ ਸੀਗਾ, ਪ੍ਰਬੰਧਕ ਕਮੇਟੀ ਦੇ ਜਿਹੜੇ ਉਸ ਵੇਲੇ ਲੰਗਰ ਦਾ ਕਿਹੋ ਜਿਹਾ ਇੰਤਜ਼ਾਮ ਕਰਦੇ ਸੀ, ਉਹਦੇ ਛੋਟੇ ਛੋਟੇ ਬੱਚੇ ਉੱਥੇ ਜਾ ਕੇ ਕਿਸ ਤਰ੍ਹਾਂ ਉਤਸ਼ਾਹਿਤ ਹੋ ਕੇ ਸੇਵਾ ਦੇ ਵਿੱਚ ਇਹ ਹਿੱਸਾ ਪਾਉਂਦੇ ਸੀ। ਤਾਂ ਉਹੋ ਜਿਹੀਆਂ ਉਹ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ, ਔਰ ਉਹ ਬੜੀਆਂ ਲੰਬੇ ਸਮੇਂ ਤੱਕ ਸਾਡੇ ਨਾਲ ਉਹ ਸਾਂਝੀਆਂ ਕਰਦੇ ਰਹੇ। ਅਤੇ ਜਦੋਂ 2005 ਦੇ ਵਿੱਚ ਉਹ ਆਪ ਉਸ ਗੁਰਦੁਆਰਾ ਸਾਹਿਬ ਜਦੋਂ ਗਏ, ਤਾਂ ਉੱਥੇ ਉਹਨਾਂ ਨੂੰ ਇੰਨੀ ਜ਼ਿਆਦਾ ਮਤਲਬ ਕਹਿ ਲਓ ਵੀ ਖੁਸ਼ੀ ਵੀ ਮਿਲੀ, ਔਰ ਭਾਵੁਕਤਾ ਵੀ ਬੜੀ ਉਹਨਾਂ ਦੇ ਆਈ ਮਨ ਦੇ ਵਿੱਚ ਵੀ ਮੈਂ ਇਹ ਗੁਰਦੁਆਰੇ ਦੇ ਵਿੱਚ ਇੱਥੇ ਜੰਮਿਆ ਪਲਿਆ, ਜਿੱਥੇ ਮੈਂ ਇਸ ਗੁਰਦੁਆਰੇ ਨੂੰ 70 ਸਾਲ ਬਾਅਦ ਆ ਕੇ ਫਿਰ ਦੁਬਾਰਾ ਨਤਮਸਤਕ ਹੋਇਆ। ਅਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਵਾਪਸ ਆ ਕੇ ਇਹਦੇ ਬਾਰੇ ਵੀ ਗੱਲ ਕੀਤੀ, ਅਤੇ ਮੈਂ ਉਹਨਾਂ ਦੇ ਚਿਹਰੇ 'ਤੇ ਇਹ ਪੜ੍ਹ ਰਿਹਾ ਸੀ ਕਿ ਵੀ ਇੰਨਾ ਜ਼ਿਆਦਾ ਉਹਨਾਂ ਨੂੰ ਖੁਸ਼ੀ, ਔਰ ਇੰਨੀ ਜ਼ਿਆਦਾ ਉਹਨਾਂ ਨੂੰ ਕਹਿ ਲਓ ਵੀ ਅੰਦਰੋਂ ਭਾਵੁਕਤਾ ਉਹਨਾਂ ਦੇ ਮਨ 'ਚੋਂ ਝਲਕਦੀ ਸੀ ਕਿ ਮੈਂ ਦੁਬਾਰਾ ਮੇਰੀ ਜ਼ਿੰਦਗੀ ਦੇ ਵਿੱਚ ਇਹ ਇੱਕ ਮੌਕਾ ਆਇਆ ਕਿ ਮੈਂ ਜਾ ਕੇ ਉੱਥੇ ਦਰਸ਼ਨ ਕੀਤੇ ਆ। ਤੋ ਇੰਨੀ ਖੁਸ਼ੀ ਉਹਨਾਂ ਨੇ ਇੱਥੇ ਉਸ ਤਰ੍ਹਾਂ ਦੀ ਜਿਹੜੀ ਭਾਵਨਾ ਉਹ ਲੈ ਕੇ ਵੀ ਗਏ ਸੀ, ਅਤੇ ਮੈਂ ਸਮਝਦਾ ਵੀ ਉਹਨਾਂ ਦੀ ਭਾਵਨਾ ਉੱਥੇ ਪੂਰੀ ਹੋਈ। ਤਾਂ ਜਿਹੜੇ ਤੁਹਾਡੇ ਬਜ਼ੁਰਗ ਨੇ ਸਵਰਗਵਾਸੀ ਸਰਦਾਰ
ਇੰਦਰਜੀਤ ਸਿੰਘ, ਮਾਫ ਕਰਨਾ, ਕਰਤਾਰ ਸਿੰਘ ਜੀ, ਜਿਹੜੇ ਉਸ ਵਕਤ ਖਜ਼ਾਨਚੀ ਰਹੇ ਗੁਰਦੁਆਰਾ ਭਾਈ ਕਰਮ ਸਿੰਘ ਜੀ ਮਿਸਲ ਸ਼ਹੀਦਾਂ ਦੇ। ਤਾਂ ਤੁਹਾਡੇ ਦਾਦਾ ਜੀ ਦੀ ਉਮਰ ਉਦੋਂ ਉਸ ਵਕਤ 10-15 ਸਾਲ ਦੀ ਹੋਏਗੀ। ਕਿੰਨੀ ਕੁ ਉਮਰ ਸੀ ਜਦੋਂ ਉਹ ਉੱਥੇ ਗੁਰਦੁਆਰਾ ਸਾਹਿਬ ਸੇਵਾਵਾਂ ਕਰਦੇ ਜਾਂ ਬਚਪਨ 'ਚ ਜਾਂਦੇ ਰਹੇ? ਹਾਂ, ਮੇਰੇ ਦਾਦਾ ਜੀ ਦਾ ਜਿਹੜਾ ਬਰਥ ਹੈ 1902 ਦਾ ਹੈ, 1902 ਦਾ। ਤਾਂ ਜਦੋਂ ਪਾਰਟੀਸ਼ਨ ਹੋਈ ਹੈ ਲਗਭਗ ਉਹ 45-46 ਸਾਲ ਦੇ ਸੀ ਆਪ ਉਮਰ 'ਚ, ਕਿਉਂਕਿ ਮੇਰੇ ਫਾਦਰ ਜਿਹੜੇ ਸੀਗੇ ਉਸ ਟਾਈਮ ਤੇ ਲਗਭਗ 11 ਸਾਲ ਦੇ ਸੀ। ਤੇ ਪਿਤਾ ਦਾਦਾ ਜੀ ਸਾਡੇ ਜਿਹੜੇ ਸਰਦਾਰ ਕਰਤਾਰ ਸਿੰਘ ਸਾਹਨੀ ਜੀ, ਉਹ ਉਸ ਵੇਲੇ 45-46 ਸਾਲ ਦੀ ਉਮਰ ਦੇ ਹੈਗੇ ਸੀ। ਤੇ ਪਰਿਵਾਰ ਸੀ, ਤਾਇਆ ਜੀ ਸੀ, ਸਾਡੇ ਚਾਚੇ ਸੀਗੇ, ਮਤਲਬ ਸਾਰੇ ਜਿੰਨੇ ਮੇਰੇ ਦਾਦਕੇ ਪਰਿਵਾਰ ਦੇ ਭੂਆ ਵਗੈਰਾ ਸਭ ਦਾ ਜਨਮ ਉਸ ਪਾਕਿਸਤਾਨ 'ਚ ਹੀ ਹੋਇਆ। ਤਾਂ ਤੁਹਾਡੇ ਦਾਦਾ ਜੀ ਕੁਝ ਯਾਦਾਂ ਕਦੇ ਤੁਹਾਡੇ ਨਾਲ ਸੁਣਾਉਂਦੀ, ਤੁਹਾਡੇ ਮਾਫ ਕਰਨਾ ਪਿਤਾ ਜੀ, ਵੀ ਅਸੀਂ ਉਸ ਗੁਰਦੁਆਰਾ ਸਾਹਿਬਾਨ 'ਚ ਬਚਪਨ 'ਚ ਜਾਂਦੇ ਹੁੰਦੇ ਸੀ, ਕਿਉਂਕਿ 47 ਦੀ ਵੰਡ ਵੀ ਉਹਨਾਂ ਨੇ ਹੱਡੀ ਹੰਡਾਈ ਹੋਏਗੀ, ਉਦੋਂ ਹੀ ਤੁਸੀਂ ਇੱਧਰ ਆਏ। ਉਸ ਗੁਰਦੁਆਰਾ ਸਾਹਿਬਾਨ ਦੀ ਕੁਝ ਯਾਦ ਤੁਹਾਨੂੰ ਹੋਵੇ, ਕੁਝ ਗੱਲਾਂ ਬਾਤਾਂ ਸੁਣਾਉਂਦੇ ਹੋ? ਹਾਂ, ਮੈਂ ਦੱਸਦਾ ਜੀ, ਮੇਰੇ ਭੂਆ ਜੀ ਨੇ, ਉਹ ਇਸ ਟਾਈਮ ਤੇ ਦਿੱਲੀ ਨੇ, 95 ਈਅਰ 올ਡ ਨੇ, ਸੁਰਿੰਦਰ ਕੌਰ ਕੋਹਲੀ ਜੀ। ਉਹਨਾਂ ਨੇ ਕਈ ਵਾਰੀ ਸਾਡੇ ਨਾਲ, ਜਿਵੇਂ ਕੋਈ ਖੁਸ਼ੀ ਗਮੀ ਦੇ ਵਿੱਚ ਅਸੀਂ ਇਕੱਠੇ ਹੋਣਾ, ਤੇ ਅਕਸਰ ਉਸ ਗੁਰਦੁਆਰਾ ਸਾਹਿਬ ਬਾਰੇ ਗੱਲ ਕਰਨੀ ਜੀ। ਅਸੀਂ ਉੱਥੇ ਜਾਂਦੇ ਸੀ, ਇੱਕ ਭਾਈ ਸਾਹਿਬ ਦਾ ਨਾਮ ਲੈਂਦੇ ਹੁੰਦੇ ਸੀ, ਮੈਂ ਭਾਈ ਸਾਹਿਬ ਦਾ ਨਾਮ ਭੁੱਲ ਗਿਆ, ਵੀ ਉਹ ਭਾਈ ਸਾਹਿਬ ਦਾ ਉੱਥੇ ਰਹਿਣ ਦਾ ਪ੍ਰਬੰਧ ਸੀਗਾ। ਤੇ ਸਾਨੂੰ ਉਦੋਂ ਇਦਾਂ ਲੱਗਦਾ ਸੀ ਜਦੋਂ ਉਹਨਾਂ ਨੇ ਜਾਣਾ ਹੁੰਦਾ ਸੀ ਨਾ, ਤੇ ਜਿਵੇਂ ਗੁਰਪੁਰਬ ਕੋਈ ਉੱਥੇ ਬੜੇ ਉੱਚੇ ਉਤਸ਼ਾਹ ਨਾਲ ਮਨਾਏ ਜਾਂਦੇ ਸੀ। ਤੇ ਉਹ ਸੇਵਾ ਉਹਨਾਂ ਦੇ ਵਿੱਚ ਨਾ, ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਖੂਹ ਲੱਗਾ ਹੋਇਆ, ਤੇ ਬੱਚਿਆਂ ਨੂੰ ਖੇਡਾਂ ਹੀ ਹੁੰਦੀਆਂ ਵੀ ਖੂਹ ਦੇ ਵਿੱਚੋਂ ਬਾਲਟੀ ਸਿੱਟਣੀ, ਫਿਰ ਬਾਲਟੀ ਬਾਹਰ ਕੱਢਣੀ, ਤੇ ਉਹ ਸੇਵਾ ਦਾ ਬਹਾਨਾ ਵੀ ਬਣ ਜਾਂਦਾ ਸੀ ਤੇ ਖੇਡ ਦਾ ਬਹਾਨਾ ਵੀ ਬਣ ਜਾਂਦਾ ਸੀ। ਤਾਂ ਉਹ ਇਹ ਕਹਿੰਦੇ ਸੀ ਅਸੀਂ ਪਾਣੀ ਸਿੱਟਣਾ, ਉਹਦੇ 'ਚ ਬਾਲਟੀ ਸਿੱਟਣਾ ਤੇ ਪਾਣੀ ਖਿੱਚਣੀ, ਤੇ 5-4 ਬੱਚਿਆਂ ਨੇ ਮਿਲ ਕੇ, ਮਤਲਬ ਉਹ ਭਾਈ ਸਾਹਿਬ ਨੇ ਕਹਿਣਾ ਚਲੋ ਬੱਚੋ ਵੀ ਪਾਣੀ ਕੱਢ ਕੇ ਲਿਆਓ, ਪਾਣੀ ਲੰਗਰ 'ਚ ਲੋੜ ਹੈ। ਤਾਂ ਉਹ ਯਾਦਾਂ ਵੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ। ਛੋਟੇ ਹੁੰਦੇ ਅਸੀਂ ਖੂਹ ਗੇੜ ਕੇ ਆਪ ਬਾਲਟੀ ਖਿੱਚ ਕੇ ਸਿੱਟ ਕੇ ਪਾਣੀ ਨੂੰ, ਰੱਸੀ ਨਾਲ ਬੰਨੀ ਹੋਈ ਬਾਲਟੀ ਨੂੰ ਬਾਹਰ ਕੱਢਦੇ ਸੀ। ਤਾਂ ਉਹ ਯਾਦ ਵੀ ਉਹਨਾਂ ਨਾਲ ਜੁੜੀ ਰਹੀ। ਔਰ ਕਾਫੀ ਲੰਬਾ ਸਮਾਂ ਉਹ ਸੇਵਾ ਬਾਰੇ ਗੱਲ ਕਰਦੇ, ਸਾਨੂੰ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਲੰਗਰ ਦੇ ਵਿੱਚ ਜੋ ਛੋਟੇ ਛੋਟੇ ਕੰਮ ਹੁੰਦੇ ਆ, ਪ੍ਰਸ਼ਾਦੇ ਬਣਾਉਣ ਦਾ, ਲੰਗਰ ਪਕਾਉਣ ਦਾ ਜਾਂ ਵਰਤਾਉਣ ਦਾ, ਉਹਦੇ 'ਚੋਂ ਬਹੁਤ ਐਕਟਿਵਲੀ ਸਾਰੇ ਹੀ ਸਾਡੇ ਜਿਹੜੇ ਮੇਰੇ ਚਾਚੇ ਤਾਏ ਔਰ ਭੂਆ ਸਾਰੇ ਉਹਦੇ 'ਚ ਪਾਰਟਿਸਿਪੇਟ, ਲੰਗਰ ਦੀ ਸੇਵਾ 'ਚ ਕਰਦੇ ਸੀ। ਸਿੱਖ ਪੰਥ ਦੇ ਬਹੁਤ ਸਾਰੇ ਇਤਿਹਾਸਕ ਸਥਾਨ ਜਿਹੜੇ ਇਸ ਵਕਤ ਪਾਕਿਸਤਾਨ 'ਚ ਰਹਿ ਗਏ ਆ। ਤੁਹਾਡੇ ਪਿਤਾ ਜੀ ਜਿਹੜੇ ਇਸ ਵਕਤ ਨਹੀਂ ਹੈਗੇ, ਉਹ 2005 ਦੀ ਤੁਸੀਂ ਦੱਸਿਆ ਵੀ ਯਾਤਰਾ ਦੌਰਾਨ ਪਾਕਿਸਤਾਨ ਗਏ ਸੀ, ਉਸੇ ਗੁਰਦੁਆਰਾ ਸਾਹਿਬਾਨ ਗਏ ਸੀ। ਕੁਝ ਯਾਦਾਂ ਤੁਹਾਡੇ ਕੋਲ ਹੋਣ, ਸਾਨੂੰ ਜ਼ਰੂਰ ਦੱਸੋ ਉਹਨਾਂ ਬਾਰੇ। ਔਰ ਮੈਨੂੰ ਬੜੀ ਖੁਸ਼ੀ ਹੋਏਗੀ ਕਿਉਂਕਿ ਅੱਜ ਜਿਹੜਾ ਤੁਸੀਂ ਮੈਨੂੰ ਇਹ ਮੌਕਾ ਦਿੱਤਾ, ਉਹਨਾਂ ਯਾਦਾਂ ਨੂੰ ਦੁਬਾਰਾ ਤਾਜ਼ਾ ਔਰ ਫੋਰਐਵਰ ਰਿਕਾਰਡ ਕਰਨ ਦਾ ਮੈਨੂੰ ਬੜੀ ਖੁਸ਼ੀ ਹੋਏਗੀ। ਇਹ ਮੇਰੇ ਪਿਤਾ ਜੀ ਜਦੋਂ ਗਏ ਆ, ਤੇ ਆ ਉਹਨਾਂ ਦੀ ਉਸ ਟਾਈਮ ਦੀ ਫੋਟੋ ਹੈ। ਤੇ ਉਸ ਟਾਈਮ ਉਹ ਸਾਨੂੰ ਜਦੋਂ ਆ ਕੇ ਉਹਨਾਂ ਨੇ ਦੱਸਿਆ ਕਿ ਵੀ ਉੱਥੇ ਇੱਕ ਜਿਵੇਂ ਆਪਾਂ ਇੱਥੇ ਰਾਹ ਦੀ ਕੰਪਨੀ, ਰਾਹ ਏਜੰਸੀ ਹੈ, ਉੱਥੇ ਦੀ ਕੋਈ ਇੱਦਾਂ ਦੀ ਕੋਈ ਏਜੰਸੀ ਹੈ ਜਿਹੜੀ ਉਹਨਾਂ ਦੇ ਕੰਟਰੋਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਉਹਨਾਂ ਨੂੰ ਦਿੱਤਾ, ਉੱਥੇ ਦਫ਼ਤਰ ਖੋਲ੍ਹਿਆ ਹੋਇਆ ਉਹਨਾਂ ਨੇ। ਤੇ ਇੱਥੇ ਇੱਕ ਇਹ ਜਿਹੜੀ ਉਹਨਾਂ ਦੀ ਟੀਮ ਉਸ ਟਾਈਮ ਤੇ ਉੱਥੇ ਸੀ, ਤੇ ਇਹ ਟੀਮ ਦੇ ਵਿੱਚ ਡੀਐਸਪੀ ਸਾਹਿਬ, ਮੈਨੂੰ ਦੱਸਿਆ ਜੋ ਵੀ ਇਹ ਡੀਐਸਪੀ ਸਾਹਿਬ ਨੇ ਉੱਥੇ। ਤੇ ਉੱਥੇ ਇਹਨਾਂ ਨੇ ਜਾ ਕੇ ਬੜੀ, ਇਹਨਾਂ ਨੂੰ ਵੀ ਲੱਗਿਆ ਵੀ ਅੰਦਰ ਇੱਕ ਬੰਦੇ ਜਿਹੜੇ ਬੈਠੇ ਆ, ਚਲੋ ਘੱਟੋ ਘੱਟ ਇੰਨਾ ਤਾਂ ਹੈ ਵੀ ਅੰਦਰ ਕੋਈ ਮੌਜੂਦ ਹੈ ਗੁਰਦੁਆਰਾ ਸਾਹਿਬ, ਵੀ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ ਹੋਇਆ, ਚਾਹੇ ਉਹ ਸਰਕਾਰੀ ਕਹਿ ਲਓ ਵੀ ਸਰਕਾਰ ਨੇ ਉਹਨਾਂ ਨੂੰ ਅਲਾਟ ਕਰਕੇ ਕੋਈ ਦਫ਼ਤਰ ਖੋਲ੍ਹ ਕੇ ਦਿੱਤਾ ਹੋਇਆ। ਲੇਕਿਨ ਜਦੋਂ ਇਹ ਗੁਰਦੁਆਰਾ ਸਾਹਿਬ ਮੇਰੇ ਪਿਤਾ ਜੀ ਗਏ ਨਾ ਅੰਦਰ, ਤੇ ਉਹ ਜਦੋਂ ਮੇਨ ਹਾਲ ਹੈ ਦਰਬਾਰ ਹਾਲ, ਤੇ ਉਹਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਥੜਾ ਸਾਹਿਬ ਮਾਰਬਲ ਦਾ ਬਣਿਆ ਹੋਇਆ। ਤੇ ਇਹ ਲੋਕ ਜਿਹੜੇ ਸੀਗੇ, ਇਹਨਾਂ ਨੂੰ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੀ ਵੀ ਕੋਈ ਜਾਣਬੁੱਝ ਕੇ ਕੀਤਾ, ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ ਵੀ ਉਹਦਾ ਕਿਵੇਂ ਸਤਿਕਾਰ ਕਰਨਾ ਤੇ ਕਿਵੇਂ ਉਹਨੂੰ ਬਿਠਾਉਣਾ, ਕਿਉਂਕਿ ਇਹ ਤਾਂ ਇੱਕ ਐਜ਼ ਏ ਦਫ਼ਤਰੀ ਪੁਰਾਤਨ ਇਮਾਰਤ ਸੀ। ਆਪਣੇ ਵੀ ਇੱਥੇ ਕੁਝ ਪੁਰਾਤਨ ਇਮਾਰਤਾਂ, ਕੁਝ ਜਿਸ ਤਰ੍ਹਾਂ ਕੁਝ ਮੁਗਲ ਹਵੇਲੀਆਂ ਹੈਗੀਆਂ ਨੇ, ਜਾਂ ਉਹ ਬਹੁਤ ਸਾਰੀਆਂ ਬਣ ਗਈਆਂ ਨੇ। ਹਾਂ, ਕੁਝ ਅਦਾਲਤੀ ਕੰਪਲੈਕਸ ਬਣ ਗਏ, ਕੁਝ ਬਣ ਗਏ, ਇਸ ਤਰ੍ਹਾਂ ਉੱਧਰ ਵੀ ਹੋਇਆ ਸੀ। ਇਸ ਤਰ੍ਹਾਂ ਉੱਧਰ ਵੀ ਹੋਇਆ। ਤੇ ਉਹ ਜਿਹੜੇ ਮਹਿਕਮੇ ਦੇ ਲੋਕ ਸੀ, ਤੇ ਉਹ ਜਦੋਂ ਇਹ ਗਏ ਤੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਵੀ ਅਸੀਂ ਇਸ ਮੁਹੱਲੇ ਦੇ ਰਹਿਣ ਵਾਲੇ ਸੀਗੇ, ਇਸ ਗੁਰਦੁਆਰਾ ਸਾਹਿਬ ਬਾਰੇ ਮੇਰੇ ਆਪਣੇ ਪਿਤਾ ਜੀ ਬਾਰੇ ਦੱਸਿਆ ਵੀ ਉਹ ਇੱਥੇ ਖਜ਼ਾਨਚੀ ਸੀਗੇ। ਤੇ ਜਿਹੜੀ ਉਹ ਸਾਰੀ ਟੀਮ ਦੇ ਮੈਂਬਰ ਸੀ ਨਾ, ਉਹ ਵੀ ਬੜੇ ਖੁਸ਼ ਹੋਏ ਵੀ ਸਾਨੂੰ ਅੱਜ ਇੱਕ, ਇਹ ਵੀ ਉਹਨਾਂ ਵਾਸਤੇ ਇੱਕ ਇਤਿਹਾਸ ਹੀ ਬਣ ਗਿਆ ਵੀ ਅਸੀਂ ਇੱਕ ਉਸ ਸ਼ਖਸੀਅਤ ਦੇ ਨਾਲ ਮਿਲੇ ਹਾਂ ਵੀ ਜਿਹੜਾ ਇਸ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਇੱਕ ਐਜ਼ ਏ ਖਜ਼ਾਨਚੀ, ਐਜ਼ ਏ ਕੈਸ਼ੀਅਰ ਉੱਥੇ ਸੇਵਾ ਕੀਤੀ ਹੈ। ਤਾਂ ਉਹ 2-3 ਚੀਜ਼ਾਂ ਜਦੋਂ ਉਹਨਾਂ ਨੇ ਦੇਖੀਆਂ, ਤੇ ਇਹ ਸਗੋਂ ਕਹਿੰਦੇ ਜੀ ਮੈਂ ਪਹਿਲਾਂ ਤਾਂ ਡਰਦਾ ਰਿਹਾ ਵੀ ਇਹਨਾਂ ਨੂੰ ਮੈਂ ਕੀ ਕਹਾਂ, ਵੀ ਜਿਵੇਂ ਹੁਣ ਥੜਾ ਸਾਹਿਬ ਦੇ ਉੱਤੇ ਇੱਦਾਂ ਲੱਤ ਰੱਖ ਕੇ ਬੈਠੇ ਸੀ ਉੱਪਰ, ਜੁੱਤੀ ਪਾਈ ਹੋਈ, ਤੇ ਚਲੋ ਹੁਣ ਆਪਾਂ ਨੂੰ ਤਾਂ ਹੈ ਵੀ ਅਸੀਂ ਇਸ ਸਥਾਨ ਨੂੰ ਸਤਿਕਾਰ ਦਿੰਦੇ ਹਾਂ, ਤੇ ਉਹਨਾਂ ਨੂੰ ਨਹੀਂ ਪਤਾ ਸੀ। ਤੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਮਤਲਬ ਗੁੱਸਾ ਨਾ ਮਨਾਓ ਤੇ ਮੈਂ ਇੱਕ ਬੇਨਤੀ ਕਰਾਂ ਤੁਹਾਨੂੰ। ਉਹ ਕਹਿੰਦਾ ਜੀ ਦੱਸੋ ਸਰਾਜ ਜੀ ਦੱਸੋ। ਉਹ ਕਹਿੰਦਾ ਜੀ ਜਿਹੜਾ ਤੁਸੀਂ ਨਾ ਆਹ ਉੱਪਰ ਪੈਰ ਰੱਖਦੇ ਹੋ, ਵੀ ਇੱਥੇ ਪੈਰ ਨਾ ਰੱਖਿਆ ਕਰੋ ਜੁੱਤੀ ਪਾ ਕੇ, ਕਿਉਂਕਿ ਸਾਡੇ ਗੁਰੂ ਮਹਾਰਾਜ ਇੱਥੇ ਬਿਰਾਜਮਾਨ ਹੁੰਦੇ ਸੀ। ਬੇਸ਼ੱਕ ਅੱਜ ਉਹ ਨਹੀਂ ਬਿਰਾਜਮਾਨ, ਲੇਕਿਨ ਸਾਡੇ ਵਾਸਤੇ ਉਹ ਸਥਾਨ ਵੀ ਓਨਾ ਹੀ ਪੂਜਨਿਕ ਹੈ
ਜੇ ਉਹ ਹੈਗੇ ਆ ਸਾਕਸ਼ਾਤ ਤਾਂ ਵੀ, ਜੇ ਨਹੀਂ ਹੈਗੇ ਤੇ ਤਾਂ ਵੀ ਸਾਡੇ ਵਾਸਤੇ ਓਨਾ ਪੂਜਨੀਕ ਹੈ। ਤੇ ਉਹ ਫਿਰ ਉਹਨਾਂ ਨੇ ਨਾ ਉਸ ਵੇਲੇ ਮਤਲਬ ਇਹਨਾਂ ਕੋਲੋਂ ਇੱਕ ਕਹਿ ਲਓ ਵੀ ਮਾਫੀ ਵੀ ਮੰਗੀ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ, ਪਰ ਤੁਸੀਂ ਅੱਜ ਸਾਨੂੰ ਦੱਸਿਆ, ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਵੀ ਇੱਥੇ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੈ, ਵੀ ਇਹਦੇ 'ਚ ਕੀ ਤਰੀਕੇ ਅਪਣਾਏ ਜਾਂਦੇ ਸੀ। ਤਾਂ ਉਹ ਫਿਰ ਉਹਨਾਂ ਨੇ ਉਸ ਗੱਲ ਦੀ ਮਾਫੀ ਵੀ ਮੰਗੀ ਵੀ ਸਾਡੇ ਕੋਲ ਗਲਤੀ ਹੋਈ, ਤੇ ਅੱਜ ਤੋਂ ਬਾਅਦ ਅਸੀਂ ਇੱਥੇ ਕੋਈ ਵੀ ਇਸ ਹਾਲ ਦੇ ਅੰਦਰ ਵੀ ਕੋਈ ਬੰਦਾ ਨੰਗੇ ਪੈਰ ਨਹੀਂ ਜਾਊਗਾ ਉੱਥੇ। ਤੋ ਇਹ ਤੁਸੀਂ ਇਹ ਜਿਹੜੇ ਡੀਐਸਪੀ ਸਾਹਿਬ ਦੀ ਮੈਂ ਫੋਟੋ ਦਿਖਾਏ ਆ, ਸ਼ਾਇਦ ਬੇਸ਼ੱਕ ਜੇ ਤੁਹਾਨੂੰ ਉੱਥੇ ਮਿਲਣ ਤੇ ਜ਼ਰੂਰ ਉਹਨਾਂ ਨਾਲ ਵੀ ਇਹ ਗੱਲ ਕਰੋ, ਮੇਰੇ ਪਿਤਾ ਜੀ ਨੂੰ ਫੋਟੋ ਦਿਖਾਓਗੇ ਤੇ ਤਾਂ ਉਹ ਬਿਲਕੁਲ ਪਛਾਣ ਲੈਣਗੇ ਵੀ ਹਾਂ, ਕਿਉਂਕਿ ਉੱਥੇ 2 ਘੰਟੇ 3 ਘੰਟੇ ਉਹ ਗੁਰਦੁਆਰਾ ਸਾਹਿਬ ਹੀ ਰਹਿ ਗਿਆ ਹੈ। ਫਿਰ ਇੱਕ ਇੱਕ ਚੀਜ਼ ਦੇ ਜਗ੍ਹਾ ਦੇਖ ਕੇ ਆਏ, ਉਹ ਖੂਹ ਦੀ ਜਿਵੇਂ ਮੈਂ ਜ਼ਿਕਰ ਕੀਤਾ ਹੈ, ਖੂਹ ਤੇ ਫਿਰ ਉੱਪਰਲੇ ਪਾਸੇ ਚੜ੍ਹ ਕੇ ਵੀ ਗਏ ਉਹ, ਵੀ ਉੱਥੇ ਵੀ ਉਹ ਜਾ ਕੇ ਉਹਨਾਂ ਨੇ ਆਪਣੇ ਜਿਵੇਂ ਨਾ ਯਾਦਾਂ ਸਿਰੀਆਂ ਬਿਲਕੁਲ ਇੱਕ ਤਰ੍ਹਾਂ ਨਾਲ ਤਾਜ਼ੀਆਂ ਕੀਤੀਆਂ ਉਹਨਾਂ ਨੇ ਯਾਦਾਂ। ਤਾਂ ਇਹ ਕੁਛ ਯਾਦਾਂ ਹੈਗੀਆਂ ਨੇ ਜਿਹੜੀਆਂ ਗੁਰਦੁਆਰਾ ਭਾਈ ਕਰਮ ਸਿੰਘ ਜੀ ਮਿਸਲ ਸ਼ਹੀਦਾਂ ਦੀਆਂ ਕੁਛ ਯਾਦਾਂ, ਕਿਉਂਕਿ 47 ਤੋਂ ਬਾਅਦ ਅਸੀਂ ਪਹਿਲਾਂ ਵੀ ਚਰਚਾ ਕੀਤੀ ਕਿ 47 ਤੋਂ ਬਾਅਦ ਕੁਛ ਹਾਲਾਤ ਇਸ ਤਰ੍ਹਾਂ ਦੇ ਬਣੇ ਦੋਹਾਂ ਮੁਲਕਾਂ ਦੇ ਵਿੱਚ, ਦੋਹਾਂ ਕੌਮਾਂ ਦੇ ਵਿੱਚ ਕੁਛ ਇਤਿਹਾਸਕ ਸਥਾਨ, ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੀਆਂ ਮਸਜਿਦਾਂ ਜਿਹੜੀਆਂ ਨੇ ਜਿਹਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਸੀ ਉਹ ਇੱਧਰ ਰਹਿ ਗਈਆਂ, ਔਰ ਉੱਧਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਤਿਹਾਸ ਨਾਲ ਸੰਬੰਧਿਤ, ਔਰ ਉਸ ਤੋਂ ਬਾਅਦ ਮਿਸਲ ਸ਼ਹੀਦਾਂ ਦੇ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਸਥਾਨ ਨੇ, ਜਿਹੜੇ ਸ਼ਹੀਦਾਂ ਦੇ ਅਸਥਾਨ ਨੇ ਜਿਹੜੇ ਉਹ ਉੱਧਰ ਰਹਿ ਗਏ। ਉਹਨਾਂ ਦੀ ਸਾਂਭ ਸੰਭਾਲ ਕਰਨੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ, ਸਿੱਖ ਕੌਮ ਦੇ ਆਉਣ ਵਾਲੇ ਭਵਿੱਖ ਦੇ ਵਾਸਤੇ ਉਹਨਾਂ ਨੂੰ ਸਾਂਭ ਕੇ ਰੱਖਣਾ, ਔਰ ਸਾਂਭ ਕੇ ਵੀ ਮੁੜ ਉਹਨਾਂ ਹਾਲਾਤਾਂ ਦੇ ਵਿੱਚ ਰੱਖਣਾ ਜਿਨ੍ਹਾਂ ਨੂੰ ਇਹ ਨਹੀਂ ਵੀ ਉਹਨਾਂ ਦੀ ਸੇਵਾ ਕਰਕੇ ਮੁੜ ਤੋਂ ਉੱਥੇ ਸੰਗਮਰਮਰ ਲਾ ਦਿੱਤਾ ਜਾਵੇ ਕੁਛ ਆਧੁਨਿਕ ਤਰੀਕੇ ਦਾ। ਜੇ ਕਿਤੇ ਉਹਨਾਂ ਇਮਾਰਤਾਂ ਨੂੰ, ਜਿਹੜੀਆਂ ਇਮਾਰਤਾਂ 500 ਸਾਲ 400 ਸਾਲ 300 200 ਸਾਲ ਤੋਂ ਹੂ ਉਸੇ ਤਰ੍ਹਾਂ ਹੀ ਖਲੋਤੀਆਂ ਨੇ, ਉਹਨਾਂ ਨੂੰ 400 ਸਾਲ ਦੇ ਵਿੱਚ ਕੁਛ ਨਹੀਂ ਹੋਇਆ ਤੇ ਹੁਣ ਵੀ ਨਹੀਂ ਹੋਏਗਾ, ਬਸ ਉਹਨਾਂ ਦੀ ਸਾਂਭ ਸੰਭਾਲ ਦੀ ਲੋੜ ਹੈ। ਤਾਂ ਰਣਜੀਤ ਨਗਾਰਾ ਸੰਸਥਾ ਜਿਹੜੀ ਪਹਿਲਾਂ ਵੀ ਕੁਝ ਗੁਰਬਖ ਜਿਹੜੇ ਕਿ ਇਤਿਹਾਸਕ ਸਥਾਨਾਂ ਦੀ ਪਾਕਿਸਤਾਨ ਦੇ ਵਿੱਚ ਸੇਵਾ ਸਾਂਭ ਰਹੀ ਹੈ, ਗੁਰਦੁਆਰਾ ਭਾਈ ਕਰਮ ਸਿੰਘ ਜੀ ਮਿਸਲ ਸ਼ਹੀਦਾਂ ਜਿਨਦੀ ਇੱਕ ਬਿਲਕੁਲ ਬਹੁਤ ਕੀਮਤੀ ਯਾਦ ਸਾਡੇ ਨਾਲ ਸਰਦਾਰ ਸਾਹਿਬ ਨੇ, ਇੰਦਰਜੀਤ ਸਿੰਘ ਜੀ ਨੇ ਸਾਂਝੀ ਕੀਤੀ ਹੈ। ਇਹਨਾਂ ਦੇ ਬਜ਼ੁਰਗ ਦਾਦਾ ਜੀ ਉੱਥੇ ਸੇਵਾ ਕਰਦੇ ਰਹੇ, ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਭੂਆ ਜੀ ਉੱਥੇ ਬਚਪਨ ਵੇਲੇ ਹੋਰ ਆਪਣੇ ਸੰਗੀਆਂ ਸਾਥੀਆਂ ਦੇ ਨਾਲ, ਬਾਲ ਬੱਚਿਆਂ ਦੇ ਨਾਲ ਖੇਡਦੇ ਰਹੇ। ਬਹੁਤ ਕੀਮਤੀ ਯਾਦਾਂ ਨੇ, ਇਹ ਇਤਿਹਾਸ ਹੈ, ਇਕੱਲੀਆਂ ਇਹਨਾਂ ਦੀਆਂ ਪਰਿਵਾਰਕ ਯਾਦਾਂ ਨਹੀਂ ਆ, ਇਹ ਸਿੱਖ ਕੌਮ ਦਾ ਇਤਿਹਾਸ ਆ। ਅਸੀਂ ਇਹਨੂੰ ਰਿਕਾਰਡ ਕਰ ਰਹੇ ਹਾਂ। ਉਹਨਾਂ ਨੇ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ, ਰਣਜੀਤ ਨਗਾਰਾ ਨੇ, ਉਸ ਗੁਰਦੁਆਰਾ ਸਾਹਿਬਾਨ ਨੂੰ, ਜਿਹੜੀ ਇਹ ਹੁਣ ਮਹਿਜ਼ ਇੱਕ ਏਜੰਸੀ ਦੀ ਇਮਾਰਤ ਦਫ਼ਤਰ ਹੈ, ਉਹਨੂੰ ਹੂ ਉਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਦਾ ਰੂਪ ਦਿੱਤਾ ਜਾਵੇ। ਇਤਿਹਾਸ ਦੇ ਵਿੱਚੋਂ ਚੀਜ਼ਾਂ ਖਤਮ ਹੋ ਜਾਣਗੀਆਂ, ਜਿੱਦਾਂ ਪਹਿਲਾਂ ਵੀ ਬਹੁਤ ਸਾਰੇ ਗੁਰਦੁਆਰਾ ਪਿਆਓ ਸਾਹਿਬ ਦੀ ਸੇਵਾ ਚੱਲ ਰਹੀ, ਕੁਛ ਹੋਰ ਵੀ ਚੱਲ ਰਹੀਆਂ ਨੇ। ਤਾਂ ਤੁਹਾਨੂੰ ਕੀ ਲੱਗਦਾ ਹੈ ਸਰਕਾਰਾਂ ਦੇ ਵੀ, ਔਰ ਇਹ ਤੁਹਾਡੇ ਵਾਸਤੇ ਕਿੰਨਾ ਕੁ ਇੱਕ ਅਹਿਸਾਸ ਹੈਗਾ ਵੀ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸੇਵਾ ਕੀਤੀ, ਸਿੱਖ ਪੰਥ ਦਾ ਮਿਸਲ ਸ਼ਹੀਦਾਂ ਦਾ ਇੱਕ ਇਤਿਹਾਸਕ ਸਥਾਨ ਆ, ਮੁੜ ਉਸੇ ਤਰ੍ਹਾਂ ਹੀ ਸੰਭਿਆ ਜਾਊਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਜਦੋਂ ਤੁਸੀਂ ਜਾਂ ਤੁਹਾਡੇ ਬੱਚੇ ਉੱਥੇ ਜਾਣਗੇ, ਉਹ ਕਹਿਣਗੇ ਠੀਕ ਸਾਡੇ ਪੜਦਾਦਾ ਜੀ ਇੱਥੇ ਸੇਵਾ ਕਰਦੇ ਸੀ, ਔਰ ਗੁਰੂ ਪਾਤਸ਼ਾਹ ਦਾ ਇਤਿਹਾਸਕ ਮਿਸਲ ਸ਼ਹੀਦਾਂ ਦਾ ਸਥਾਨ ਹੈ ਇਹ। ਮੈਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਵੀ ਰਣਜੀਤ ਨਗਾਰਾ ਵਾਲੇ ਜਿਹੜੀ NGO ਹੈ, ਪਾਰਟਿਕੂਲਰਲੀ ਇਸ ਗੁਰਦੁਆਰੇ ਬਾਰੇ ਜਦੋਂ ਮੈਂ ਵੀਡੀਓ ਦੇਖੀ ਤੇ ਮੇਰਾ ਮਨ ਇੰਨਾ ਅੰਦਰੋਂ ਖੁਸ਼ ਹੋਇਆ ਕਿ ਵੀ ਹਾਲਾਂਕਿ ਮੇਰਾ ਉੱਥੇ ਕੋਈ ਡਾਇਰੈਕਟ ਲਿੰਕ ਨਹੀਂ ਹੈਗਾ, ਲੇਕਿਨ ਜਿਹੜੇ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੀਆਂ ਯਾਦਾਂ ਦੇ ਥਰੂ ਅਸੀਂ ਡਾਇਰੈਕਟਲੀ ਜੁੜੇ ਵੀ ਹੋਏ ਸੀ ਉਹਨਾਂ ਦੇ ਨਾਲ। ਤੇ ਉਹ ਜਦੋਂ ਗੱਲ ਦਾ ਪਤਾ ਲੱਗਿਆ ਤੇ ਮੈਂ ਸਪੈਸ਼ਲੀ ਫਿਰ ਉਹਨਾਂ ਨੂੰ ਫੋਨ ਵੀ ਲਾਇਆ ਤੇ ਫਿਰ ਉਹਨਾਂ ਦੀ ਮੈਨੂੰ ਰਿਵਰਟ ਕਾਲ ਵੀ ਆਈ, ਤੇ ਖੁਸ਼ੀ ਮੈਨੂੰ ਇੰਨੀ ਜ਼ਿਆਦਾ ਹੈ ਕਿ ਮੈਨੂੰ ਐਂ ਲੱਗਦਾ ਵੀ ਮੈਂ ਬਿਲਕੁਲ 70 ਸਾਲ ਪਹਿਲਾਂ ਪਿੱਛੇ ਚਲਾ ਗਿਆ। ਤੇ ਜਿੱਥੇ ਉਹ ਜਦੋਂ ਹੁਣ ਬਿਲਕੁਲ ਤਿਆਰ ਹੋ ਕੇ ਦੁਬਾਰਾ ਉਸੇ ਰੂਪ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਜਦੋਂ ਸਾਹਮਣੇ ਆਉਣਗੇ, ਤੇ ਮੈਨੂੰ ਐਂ ਮਹਿਸੂਸ ਹੋਊਗਾ ਵੀ ਕਿਤੇ ਇੱਥੇ ਮੇਰੇ ਦਾਦਾ ਜੀ ਵੀ ਕਿਤੇ ਬੈਠੇ ਉਹ ਉਸ ਗੱਲ ਨੂੰ ਯਾਦ ਸੇਵਾ ਕਰਦੇ ਹੋਣਗੇ। ਮੇਰੇ ਪਿਤਾ ਜੀ ਉੱਥੇ ਗਏ ਤੇ ਉਹਨਾਂ ਦੀ ਵੀ ਯਾਦਾਂ, ਉਹਨਾਂ ਦੀ ਵੀ ਜਿਹੜੀ ਆਤਮਾ ਉੱਥੇ ਜ਼ਰੂਰ ਪ੍ਰਵਾਨ ਕਰਦੀ ਹੋਊਗੀ ਵੀ ਉੱਥੇ ਵੀ ਉਹਨਾਂ ਦੀ, ਕਿਉਂਕਿ ਯਾਦਾਂ ਜੁੜੀਆਂ ਰਹੀਆਂ ਉਹਨਾਂ ਦੀਆਂ। ਬੇਸ਼ੱਕ ਉਹ ਉੱਥੇ ਨਹੀਂ ਜਾ ਸਕੇ, ਲੇਕਿਨ ਜਦੋਂ ਜਾ ਕੇ ਉਹਨਾਂ ਨੇ ਆਪਣੀ ਯਾਦ ਨੂੰ ਦੁਬਾਰਾ ਤਾਜ਼ਾ ਕੀਤਾ ਤੇ ਉਹ ਇੰਨਾ ਮਨ 'ਚ ਖੁਸ਼ੀ ਮਹਿਸੂਸ ਕੀਤੀ। ਤੇ ਉਸ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਜਦੋਂ ਇਹ ਗੁਰਦੁਆਰਾ ਰੈਨੋਵੇਟ ਹੋ ਕੇ ਆਪਣੇ ਉਸੇ ਪੁਰਾਤਨ ਰੂਪ ਦੇ ਵਿੱਚ ਆ ਜਾਏਗਾ ਤੇ ਸਾਨੂੰ ਵੀ ਬੜਾ ਚਾਅ ਹੋਏਗਾ ਕਿ ਸਾਨੂੰ ਵੀ ਕੋਈ ਇਹੋ ਜਿਹਾ ਮਹਾਰਾਜ ਕਿਰਪਾ ਕਰਨ ਤੇ ਅਸੀਂ ਵੀ ਉਸ ਤੀਜੀ ਪੀੜ੍ਹੀ ਜਾ ਕੇ, ਚੌਥੀ ਪੀੜ੍ਹੀ ਨੂੰ ਨਾਲ ਲੈ ਕੇ ਅਸੀਂ ਉੱਥੇ ਜਾ ਕੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ। ਔਰ ਇਹ ਸਾਰੀ ਜਿਹੜੀ ਤੁਸੀਂ ਰਣਜੀਤ ਨਗਾਰਾ ਦੀ ਟੀਮ ਹੈ, ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ, ਔਰ ਜਿਨ੍ਹਾਂ ਨੇ ਉਸ ਗੁਰਦੁਆਰਾ ਸਾਹਿਬ ਦੇ ਬਾਰੇ ਮਤਲਬ ਲੱਭ ਕੇ ਉਹਦੀ ਖੋਜ ਕਰਕੇ ਤੇ ਉਹਦੀ ਜਿਹੜੀ ਰੈਨੋਵੇਸ਼ਨ ਵਾਸਤੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ। ਤਾਂ ਬਹੁਤ ਅਹਿਮ ਇਹ ਜਾਣਕਾਰੀ ਸਾਡੇ ਲਈ ਹੈ, ਬਹੁਤ ਕੀਮਤੀ ਸਰੋਤ ਨੇ, ਬਹੁਤ ਕੀਮਤੀ ਸਬੂਤ ਨੇ, ਕੁਛ ਯਾਦਗਾਰਾਂ ਜਿਹੜੀਆਂ ਇਹਨਾਂ ਦੇ ਪਿਤਾ ਜੀ ਉੱਥੇ ਜਦੋਂ 2005 ਦੇ ਵਿੱਚ ਸਿੱਖ ਪੰਥ ਦਾ ਜਿਹੜਾ ਜਥਾ ਹੈ ਕਿ ਸਿੱਖਾਂ ਦਾ ਜਾਂਦਾ ਪਾਕਿਸਤਾਨ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ। ਤਾਂ ਇੱਕ ਪਾਸੇ ਦੁਨੀਆ ਦੇ ਵਿੱਚ ਕਈ ਹਜ਼ਾਰ ਸਾਲ ਪੁਰਾਣੀਆਂ ਇਮਾਰਤਾਂ
ਕੁਝ ਧਾਰਮਿਕ ਨੇ, ਕੁਝ ਉਸ ਤਰ੍ਹਾਂ ਹੈਗੀਆਂ ਨੇ, ਕੁਝ ਰਾਜਿਆਂ ਮਹਾਰਾਜਿਆਂ ਦੀਆਂ ਨੇ। ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਹੂ-ਬ-ਹੂ ਉਸੇ ਤਰ੍ਹਾਂ ਖਲੋਤੀਆਂ ਨੇ। ਤਾਂ ਸਾਡੇ ਧਾਰਮਿਕ ਸਥਾਨ ਜਿਹੜੇ ਮਹਿਜ 500 ਤੋਂ ਲੈ ਕੇ 600 ਸਾਲ ਤੱਕ ਪੁਰਾਣੇ ਹੈ, ਉਹ ਕਿਉਂ ਢਹਿ ਢੇਰੀ ਹੋ ਰਹੇ ਹੈ? ਕੀ ਉਹ ਕੁਦਰਤੀ ਤਰੀਕੇ ਨਾਲ ਹੋ ਰਹੇ ਨੇ ਜਾਂ ਕੁਝ ਪਲੈਨਿੰਗ ਹੈ? ਕਿਉਂ ਨਹੀਂ ਸਾਂਭ ਸੰਭਾਲ ਕੀਤੀ ਜਾ ਰਹੀ? ਸਿੱਖ ਪੰਥ ਦਾ ਬਹੁਤ ਕੀਮਤੀ ਇਹ ਫਰਜ਼ ਬਣਦਾ ਹੈ ਕਿ ਅਸੀਂ ਮਹਿਜ 550 600 ਸਾਲ ਪੁਰਾਣੇ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਨੂੰ ਹੂ-ਬ-ਹੂ ਉਸੇ ਤਰ੍ਹਾਂ ਸਾਂਭ ਕੇ ਰੱਖੀਏ। ਕੌਮਾਂ ਤਾਂ ਹੀ ਜਿਉਂਦੀਆਂ ਰਹਿੰਦੀਆਂ ਨੇ ਜੇ ਉਹ ਆਪਣਾ ਇਤਿਹਾਸ, ਆਪਣੇ ਇਤਿਹਾਸਕ ਸਥਾਨ ਸਾਂਭਣ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ।